पिछले कुछ दिनों तो पीआरटीसी मुलाजमां ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 2 ਘੰਟਿਆਂ ਲਈ ਬੱਸ ਸਟੈਂਡ ਬੰਦ ਕਰ ਦਿੱਤਾ ਗਿਆ ਸੀ। ਉੱਥੇ ਹੁਣ ਇੱਕ ਵਾਰ ਫਿਰ ਤੋਂ ਕੱਚੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਸੰਗਰੂਰ ਦੇ ਬੱਸ ਸਟੈਂਡ ਵਿੱਚ ਪਨਵਸ ਅਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਲਗਾਤਾਰ ਇਹ ਧਰਨਾ ਪ੍ਰਦਰਸ਼ਨ ਚੌਥੇ ਦਿਨ ਵੀ ਜਾਰੀ ਰੱਖਿਆ ਗਿਆ ਹੈ। ਦੱਸਦੇ ਕਿ ਧਰਨਾਕਾਰੀਆਂ ਨੇ ਟਰਾਂਸਪੋਰਟਰ ਮੰਤਰੀ ਰਾਜਾ ਵੜਿੰਗ ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਸਾਡੇ ਨਾਲ ਵਾਅਦਾ ਕੀਤਾ ਗਿਆ ਸੀ ਕਿ 2021 ਦੇ ਅੰਤ ਤੱਕ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ, ਪਰ ਅਜਿਹਾ ਕੁਝ ਵੀ नहीं होया ਅਤੇ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਉਸ ਨੂੰ ਪੂਰਾ ਤੱਕ ਨਹੀਂ ਕੀਤਾ। मेरा नाम सुखजिंदर सिंह है जी। पंजाब रोडवे पनबस पीआरटीसी कंट्रैक्ट वर्कर यूनियन का संगरूर डिपू का सैकटरी हाँ जी मैं जी 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 सर बोलना मैं ये चाहांगा तुहाडे माध्यम राही सरकार नूं भी दसना चाहांगा, आम पब्लिक नूं भी दसना चाहांगा कि ਅਸੀਂ ਪਿਛਲੇ 10-15 ਸਾਲਾਂ ਤੋਂ ਪੰਜਾਬ ਰੋਡਵੇ ਪਨਬਸ ਅਤੇ ਪੀਆਰਟੀਸੀ ਦੇ ਵਿੱਚ ਕੱਚੇ ਕੰਮ ਕਰਦੇ ਆ ਰਹੇ ਹਾਂ। ਜਦੋਂ ਕਿ ਸਰਕਾਰ ਦੀ ਪਾਲਿਸੀ 3 ਸਾਲ ਬਾਅਦ ਪੱਕਾ ਕੀਤਾ ਜਾਣਾ ਚਾਹੀਦਾ। ਸਾਡੀਆਂ ਜੋ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਤੇ ਵਾਜਬ ਨੇ। ਸਾਡੀ ਸਭ ਤੋਂ ਵੱਡੀ ਜੋ ਮੇਨ ਮੰਗ ਆ ਉਹ ਜਨਤਕ ਮੰਗ ਆ ਕਿ ਪਿਛਲੇ ਦਹਾਕਿਆਂ ਦੇ ਵਿੱਚ ਪੰਜਾਬ ਰੋਡਵੇ ਪਨਬਸ ਅਤੇ ਪੀਆਰਟੀਸੀ ਦੇ ਕੋਲ ਆਪਣੀਆਂ 2407 ਬੱਸਾਂ ਸੀ। ਉਦੋਂ ਸਫ਼ਰ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਘੱਟ ਸੀ, ਪਰ ਆਬਾਦੀ ਵਧਣ ਦੇ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ। ਪਰ ਸਰਕਾਰ ਦੀਆਂ ਮਾਰੂ ਨੀਤੀਆਂ ਨੇ ਇਹਨਾਂ ਅਦਾਰਿਆਂ ਦੇ ਵਿੱਚ ਨਵੀਆਂ ਬੱਸਾਂ ਨਹੀਂ ਪਾਈਆਂ। ਅੱਜ ਇਹ ਬੱਸਾਂ ਘਟਦੀਆਂ 500-600 ਰਹਿ ਚੁੱਕੀਆਂ ਨੇ। ਅਸੀਂ ਮੰਗ ਕਰਦੇ ਹਾਂ ਦੋਨਾਂ ਅਦਾਰਿਆਂ ਦੇ ਵਿੱਚ ਨਵੀਆਂ 10,000 ਬੱਸਾਂ ਪਾਈਆਂ ਜਾਣ ਤੇ ਦੋਵੇਂ ਅਦਾਰਿਆਂ ਦੇ ਵਿੱਚ ਜਿੰਨੇ ਵੀ ਕੱਚੇ ਮੁਲਾਜ਼ਮ ਨੇ, ਚਾਹੇ ਉਹ ਕੰਟਰੈਕਟ ਦੇ ਨੇ ਚਾਹੇ ਉਹ ਆਊਟਸੋਰਸਿੰਗ ਦੇ ਨੇ, ਉਹਨਾਂ ਨੂੰ ਆਪੋ ਆਪਣੇ ਅਦਾਰਿਆਂ ਦੇ ਵਿੱਚ ਪੱਕਾ ਕੀਤਾ ਜਾਵੇ। ਜਿੰਨੇ ਸਾਡੇ ਸਾਥੀਆਂ ਨੂੰ ਨਜਾਇਜ਼ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਬਰਖਾਸਤ ਕੀਤਾ ਹੋਇਆ ਉਹਨਾਂ ਨੂੰ ਦੁਬਾਰਾ ਡਿਊਟੀਆਂ ਤੇ ਬਹਾਲ ਕੀਤਾ ਜਾਵੇ। ਇਹ ਸਾਡੀਆਂ 3 ਜਾਇਜ਼ ਅਤੇ ਵਾਜਬ ਮੰਗਾਂ ਨੇ ਤੇ ਅਸੀਂ ਸਰਕਾਰ ਤੋਂ ਸਮੇਂ-ਸਮੇਂ ਸਿਰ ਰੋਸ ਮੁਜ਼ਾਹਰਾ ਕਰਦੇ ਆਏ ਹਾਂ। ਕਦੇ 2 ਘੰਟਿਆਂ ਦੀ ਗੇਟ ਰੈਲੀ ਕੀਤੀ, ਕਦੇ 2 ਘੰਟਿਆਂ ਵਾਸਤੇ ਬੱਸ ਸਟੈਂਡ ਬੰਦ ਕੀਤਾ। ਪਹਿਲਾਂ 2 ਸਾਡੀਆਂ ਹੜਤਾਲਾਂ ਵੀ ਹੋ ਚੁੱਕੀਆਂ ਨੇ। ਸੋ ਅਸੀਂ ਬਾਦ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਸਾਡੀਆਂ ਜੋ ਮੰਗਾਂ ਨੇ ਪੂਰੀਆਂ ਕੀਤੀਆਂ ਜਾਣ। ਜੋ ਪਿਛਲੀ ਸਾਡੀ 9 ਦਿਨਾਂ ਦੀ ਹੜਤਾਲ ਹੋਈ ਸੀ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਨ। ਉਹਨਾਂ ਨੇ ਸਾਡੀਆਂ ਜੋ ਮੰਗਾਂ ਸੀਗੀਆਂ, ਸਾਡੀ ਤਨਖਾਹ ਦੇ ਵਿੱਚ 30% ਦਾ ਵਾਧਾ ਕੀਤਾ ਗਿਆ, 5% ਸਾਲਾਨਾ ਵਾਧਾ ਕੀਤਾ ਗਿਆ। ਜੋ ਸਾਡੀ ਪੱਕਿਆਂ ਦੀ ਮੰਗ ਸੀ ਉਹਦੇ ਲਈ ਸਮਾਂ ਮੰਗਿਆ ਗਿਆ ਸੀ 20 ਦਿਨ ਦਾ, ਕਿ ਸਾਨੂੰ 20 ਦਿਨ ਦਾ ਸਮਾਂ ਦਿੱਤਾ ਜਾਵੇ। ਅਸੀਂ ਤੁਹਾਡੇ ਜਿੰਨੇ ਵੀ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕਾ ਕਰਾਂਗੇ। ਪਰ ਉਸ ਤੋਂ ਬਾਅਦ ਸਰਕਾਰ ਦੇ ਜੋ ਅੰਦਰੂਨੀ ਆਪ ਦਾ ਇਹਨਾਂ ਦਾ ਸੀਗਾ ਮਤਭੇਦ, ਉਹਨੂੰ ਚੱਲਦੇ ਹੋਏ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਗਿਆ ਤੇ ਚੰਨੀ ਨੂੰ ਨਵਾਂ ਮੁੱਖ ਮੰਤਰੀ ਲਾਇਆ ਗਿਆ। ਸਾਨੂੰ ਬੜੀਆਂ ਆਸਾਂ ਸਨ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ, ਪਰ ਇਹਨਾਂ ਨੇ ਵੀ ਸਾਨੂੰ ਕੋਈ ਜੋ ਆਸ ਦਾ ਹੁੰਗਾਰਾ ਉਹ ਨਹੀਂ ਦਿੱਤਾ। ਸਾਡੇ ਵਿੱਚ ਪਾੜ ਪਾਉਣ ਦਾ ਜੋ ਰਸਤਾ ਇਹਨਾਂ ਨੇ ਇਖਤਿਆਰ ਕੀਤਾ। ਕਦੇ ਸਾਡੇ ਕੰਟਰੈਕਟ ਵਾਲੇ ਵੀਰਾਂ ਨੂੰ ਅਲੱਗ ਬੁਲਾ ਕੇ ਤੁਸੀਂ ਆਊਟਸੋਰਸ ਦਾ ਖਹਿੜਾ ਛੱਡ ਦਿਓ, ਅਸੀਂ ਤੁਹਾਡਾ ਇਹ ਕਰ ਦਿੰਦੇ ਹਾਂ। ਤੇ ਜੋ ਸਾਡਾ 30% ਦਾ ਵਾਧਾ ਕੀਤਾ ਸੀ, ਜੋ ਉਹਦੇ ਵਿੱਚ ਵੀ ਮਤਭੇਦ ਪੈਦਾ ਕੀਤਾ ਗਿਆ। ਸਾਨੂੰ ਪਾੜਨ ਦੀ ਨੀਤੀ ਸਾਡੇ ਤੇ ਜੋ ਇਹਨਾਂ ਨੇ ਦੁਹਰਾਈ ਗਈ। ਜੋ ਸਾਡੇ ਐਡਵਾਂਸ ਬੁੱਕਰ ਵੀਰ ਸੀ ਉਹ 30% ਵਾਧਾ ਜੋ ਸਾਡੇ ਤੇ ਹੋਇਆ ਸੀ ਉਹਨਾਂ ਦੇ ਵੀ ਕਮਿਸ਼ਨ ਦੇ ਵਿੱਚ ਵਾਧਾ ਹੋਣਾ ਚਾਹੀਦਾ ਸੀ, ਪਰ ਇਹਨਾਂ ਨੇ ਉਹਨਾਂ ਦੇ ਕਮਿਸ਼ਨ ਦੇ ਵਿੱਚ ਵਾਧਾ ਨਹੀਂ ਕੀਤਾ। ਉਹ ਸਰਾਸਰ ਇਹਨਾਂ ਦੀ ਪਾੜਨ ਦੀ ਨੀਤੀ ਆ ਕਿ ਕਦੇ ਆਊਟਸੋਰਸ ਨੂੰ ਕੰਟਰੈਕਟ ਨਾਲੋਂ ਵੱਖ ਕਰ ਦਈਏ, ਕਦੇ ਐਡਵਾਂਸ ਬੁੱਕਰਾਂ ਨੂੰ ਇਹਨਾਂ ਨਾਲੋਂ ਵੱਖ ਕਰ ਦਈਏ। ਸੋ ਇਹ ਸਾਰੀ ਇਹਨਾਂ ਦੀ ਪਾੜਨ ਦੀ ਨੀਤੀ ਆ। ਅਸੀਂ ਮੰਗ ਕਰਦੇ ਹਾਂ ਸਾਡੇ ਐਡਵਾਂਸ ਬੁੱਕਰ ਵੀਰਾਂ ਦੇ ਵਿੱਚ ਕਮਿਸ਼ਨ ਦੇ ਵਿੱਚ ਵਾਧਾ ਕੀਤਾ ਜਾਵੇ। ਆਊਟਸੋਰਸ ਕੰਟਰੈਕਟ ਦੇ ਸੰਨੇ ਵੀ ਸਾਡੇ ਸਾਥੀਆਂ ਉਹਨਾਂ ਨੂੰ ਫੌਰੀ ਤੌਰ ਤੇ ਪੱਕਾ ਕੀਤਾ ਜਾਵੇ। ਜਿਵੇਂ ਕਿ ਮੇਰੇ ਨਾਲ ਮੈਂ ਕੈਮਰਾਮੈਨ ਜੀ ਨੂੰ ਬੇਨਤੀ ਕਰਾਂਗਾ, ਮੇਰੇ ਸਾਥੀ ਬੈਠੇ ਨੇ, ਇਹ ਪਿਛਲੇ 15-20 ਸਾਲ ਤੋਂ ਕੱਚੇ ਕੰਮ ਕਰਦੇ ਆ ਰਹੇ ਨੇ। ਸਿਰਫ ਇਹਨਾਂ ਦੇ ਮਹਾਜਨ 3-4 ਮਹੀਨੇ ਰਹਿ ਚੁੱਕੇ ਨੇ ਰਿਟਾਇਰ ਹੋਣ ਦੇ। ਦੱਸੋ ਇਹਨਾਂ ਨੇ ਮਹਿਕਮੇ ਦੇ ਵਿੱਚੋਂ ਕੀ ਖੱਟਿਆ? ਆਪਣੀ ਪੂਰੀ ਦੀ ਪੂਰੀ ਜਵਾਨੀ ਇਹਨਾਂ ਨੇ ਮਹਿਕਮੇ ਦੇ ਲੇਖੇ ਲਾ ਦਿੱਤੀ ਆ। ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਫੌਰੀ ਤੌਰ ਤੇ ਮੰਨੀਆਂ ਜਾਣ। ਜਿਵੇਂ ਕਿ ਤੁਸੀਂ ਪਹਿਲਾਂ ਗੱਲ ਕੀਤੀ ਸੀ, ਅਸੀਂ ਭਾਰਤੀ ਕਿਸਾਨ ਯੂਨੀਅਨ ਇਸ ਮੌਕੇ ਤੇ ਪੀਆਰਟੀਸੀ ਮਨਪ੍ਰੀਤ ਸਿੰਘ ਅਤੇ ਪੀਆਰਟੀਸੀ ਦੇ ਹੋਰ ਯੂਨੀਅਨ ਦੇ ਮੁਲਾਜ਼ਮਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕਿਹਾ ਇਸ ਪੂਰੇ ਮਾਮਲੇ ਨੂੰ ਲੈ ਕੇ, ਆਓ ਸੁਣਦੇ ਹਾਂ। ਮੇਰਾ ਨਾਮ ਜੀ ਮਨਪ੍ਰੀਤ ਸਿੰਘ, ਮੈਂ ਵਾਈਸ ਚੇਅਰਮੈਨ ਸੰਗਰੂਰ ਡਿਪੂ ਜੀ। ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਆਮ ਲੋਕਾਂ ਦੀ ਸਰਕਾਰ ਆ, ਕਿ ਆਮ ਲੋਕਾਂ ਦੀ ਸਰਕਾਰ ਹੈ ਫਿਰ ਧਰਨੇ
ਦੇਖੋ ਜੀ, ਕਦੇ ਵੀ ਚਿਹਰੇ ਬਦਲਣ ਨਾਲ ਨਹੀਂ ਸਰਕਾਰ ਬਦਲ, ਜਿਵੇਂ ਚਿਹਰਾ ਬਦਲਤਾ ਇਹਨਾਂ ਨੇ, ਚਿਹਰਾ ਬਦਲਣ ਨਾਲ ਕੋਈ ਐ ਨਹੀਂ ਹੈਗਾ ਵੀ ਜਦ ਦੇਸ਼ ਦਾ ਵਿਕਾਸ ਹੋਣ ਲੱਗ ਗਿਆ। ਚਿਹਰੇ ਬਦਲਣ ਨਾਲ ਨਹੀਂ ਕੁਛ ਹੁੰਦਾ। ਆਪਾਂ ਨੂੰ ਗਰਾਊਂਡ ਲੈਵਲ ਤੇ ਕੰਮ ਕਰਨੇ ਪੈਣਗੇ। ਜਿਹੜੇ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਆ, ਐਲਾਨ ਕਰ ਰਹੀ ਆ, ਦੇਖੋ ਇੱਕ ਪਾਸੇ ਐਲਾਨ ਕਰ ਰਹੇ ਨੇ ਮੈਂ ਖੰਭੇ ਦੇ ਵੀ ਚੜ੍ਹ ਜਾਂਦਾ ਜੀ, ਮੰਤਰੀ ਸਾਹਿਬ ਕਹਿ ਰਹੇ ਨੇ ਮੈਂ ਬਰਸੀਨ ਵੀ ਵੱਢ ਲੈਣਾ। ਜਿਹੜੇ ਬੰਦੇ ਖੰਭਿਆਂ 'ਤੇ ਚੜ੍ਹੇ ਬੈਠੇ ਨੇ ਉਹ ਖੰਭਿਆਂ 'ਤੇ ਉਹਨਾਂ ਨੂੰ ਪੱਕੇ ਕਰ ਦਿਓ, ਖੰਭੇ 'ਤੇ ਸੀਐਮ ਸਾਹਿਬ ਨੂੰ ਚੜ੍ਹਨ ਦੀ ਤਾਂ ਲੋੜ ਹੀ ਨਹੀਂ, ਉਹ ਆਪੇ ਉਤਰੇ ਹੋਣਗੇ। ਸੀਐਮ ਸਾਹਿਬ ਨੂੰ ਇਹ ਗੱਲ ਪੁੱਛਣੀ ਚਾਹੀਦੀ ਆ ਵੀ ਜਿਹੜੇ ਇਹ ਦਿਖਾਵੇ ਨੇ ਸਟੰਟ ਨੇ ਤੁਹਾਡੇ, ਇਹ ਚੱਲਣ ਵਾਲੇ ਨਹੀਂ ਹੈਗੇ। ਇਹ ਪਹਿਲਾਂ ਲੋਕ ਇਹਨਾਂ ਗੱਲਾਂ ਵਿੱਚ ਆ ਜਾਂਦੇ ਸੀ, ਹੁਣ ਪੜ੍ਹੇ ਲਿਖੇ ਲੋਕ ਆ। ਵੱਖ-ਵੱਖ ਸੂਬਿਆਂ ਦੇ ਵਿੱਚੋਂ ਬੱਸਾਂ ਰਾਹੀਂ ਯਾਤਰੀ ਇੱਧਰ ਲਿਆਉਂਦੇ ਆ। ਉਦੋਂ ਸਾਡੇ ਕਈ ਸਾਥੀਆਂ ਨੇ ਜਾਨਾਂ ਵੀ ਗਵਾਈਆਂ ਨੇ। 50 ਲੱਖ ਦਾ ਮੁਆਵਜ਼ਾ ਕਰਕੇ ਸਰਕਾਰ ਉਹ ਚੀਜ਼ ਤੋਂ ਭੱਜੀ ਹੈ। ਸਾਡੇ ਸਾਥੀ ਜਾਨਾਂ ਗਵਾ ਚੁੱਕੇ ਨੇ, ਉਹਨਾਂ ਦੇ ਪਰਿਵਾਰ ਨੂੰ ਕੁਝ ਨਹੀਂ ਇਹਨਾਂ ਨੇ ਦਿੱਤਾ। ਸੋ ਜਿੱਦਾਂ ਕਿ ਹੁਣ ਆ ਰਾਜਾ ਵੜਿੰਗ ਜੀ ਮੰਤਰੀ ਲਾਇਆ, ਇਹ ਨਵਾਂ ਸਟੰਟ ਖੇਡ ਰਹੇ ਆਪਦਾ, ਐਂ ਹੋ ਕਰਤਾ ਜੀ ਅਸੀਂ ਨੇ ਐਂ ਕਰਤਾ। ਪਹਿਲਾਂ ਤਾਂ ਟਰਾਂਸਪੋਰਟ ਮੰਤਰੀ ਨੂੰ ਇਹ ਪੁੱਛਣ ਵਾਲਾ ਹੋਵੇ ਜੀ 10,000 ਦੇ ਵਿੱਚ ਟਰਾਂਸਪੋਰਟ ਮੰਤਰੀ ਆਪਦਾ ਘਰ ਚਲਾ ਕੇ ਦਿਖਾਵੇ। 10,000 ਦੇ ਵਿੱਚ ਕਿਸੇ ਦਾ ਗੁਜ਼ਾਰਾ ਨਹੀਂ ਹੁੰਦਾ। ਸਾਡੀਆਂ ਤਨਖਾਹਾਂ ਦੇ ਵਿੱਚ ਜਿਹੜੇ ਵਾਅਦੇ ਕਰੇ ਗਏ ਨੇ ਉਹ ਸਾਡੀਆਂ ਤਨਖਾਹਾਂ ਪਹਿਲਾਂ ਹੀ ਬਹੁਤ ਘੱਟ ਸੀ ਜੀ, ਅਸੀਂ ਉਹ ਨਿਗਾਉਣੀਆਂ ਤਨਖਾਹਾਂ ਤੇ ਕੰਮ ਕਰਦੇ ਆ ਰਹੇ ਹਾਂ। ਸੋ ਇਸ ਮਹਿਕਮੇ ਨੂੰ ਸਰਕਾਰ ਵੈਂਟੀਲੇਟਰ ਤੇ ਕਰਨਾ ਚਾਹੁੰਦੀ ਆ। 10,000 ਬੱਸ ਨਵੀਂ ਪਾਵੇ। ਜਿਹੜੀਆਂ ਸਾਡੀਆਂ ਮੰਗਾਂ ਨੇ ਉਹ ਬਿਲਕੁਲ ਜਾਇਜ਼ ਨੇ ਜੀ। ਇੰਨੇ ਲੰਮੇ ਸਮੇਂ ਤੋਂ ਸਾਡੇ ਸਾਥੀ ਕੱਚੇ ਆ, ਬਿਨਾਂ ਸ਼ਰਤ ਤੋਂ ਹਰ ਇੱਕ ਸਾਥੀ ਨੂੰ ਰੈਗੂਲਰ ਕਰੇ। ਸਾਡੀ ਇਹ ਸਰਕਾਰ ਨੂੰ ਮੰਗ ਆ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਾਹਾਂ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਯੂਨੀਅਨ ਆ ਉਹ ਸਾਡੇ ਨਾਲ ਖੜੀ ਆ ਜੀ। ਆਉਣ ਵਾਲੇ ਸੰਘਰਸ਼ ਸਾਡੇ ਇਸ ਤੋਂ ਵੀ ਤਿੱਖੇ ਹੋਣਗੇ। ਅਸੀਂ ਪੰਜਾਬ ਸੀਲ ਕਰ ਦਿਆਂਗੇ ਜੀ ਜੇ ਸਾਡਾ 14 ਤਰੀਕ ਨੂੰ ਨਾ ਕੋਈ ਸੱਟਾ ਨਿਕਲਿਆ ਜੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 14 ਦਸੰਬਰ ਨੂੰ ਮੀਟਿੰਗ ਦਿੱਤੀ ਗਈ ਹੈ। ਅਗਰ ਕੋਈ ਨਤੀਜਾ ਨਾ ਨਿਕਲਿਆ ਤਾਂ ਸਾਡੇ ਵੱਲੋਂ ਇਹ ਰੋਸ ਪ੍ਰਦਰਸ਼ਨ ਹੋਰ ਵੀ ਤੇਜ਼ ਕਰ ਦਿੱਤਾ ਜਾਵੇਗਾ। ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਸੀਂ ਇਸੇ ਤਰ੍ਹਾਂ ਹੀ ਆਪਣੇ ਹੱਕ ਦੇ ਲਈ ਲੜਦੇ ਰਹਾਂਗੇ। ਦਾ ਸਟੋਰੀ ਟੀਵੀ ਦੇ ਲਈ ਸੰਗਰੂਰ ਤੋਂ ਸੰਜੀਵ ਗੋਇਲ ਦੀ ਰਿਪੋਰਟ।